ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਿਆ ਹੋਂ ਕਥੀ ਕਥੇ ਕਥ ਦੇਖਾਂ ਮੈਂ ਅਕਥ ਨ ਕਥ ਨ ਜਾਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਏਤੇ ਕੁਕਰ ਹਉ ਬੇਗਾਨਾ ਭਉ ਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨ ਜਾਈ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ। ਰਾਜਨ ਰਾਜ ਪਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਬੈਠ ਕੇ ਗੁਰੂ ਪਾਤਸ਼ਾਹ ਦੀ ਮਿੱਠੀ ਅਤੇ ਨਿੱਘੀ ਗੋਦ ਦਾ ਨਿੱਘ ਹਰੀ ਜਸ ਕੀਰਤਨ ਦਾ ਰਸ ਮਹਾਂਪੁਰਸ਼ ਸੰਤ ਬੀਬੀ ਜਸਵਿੰਦਰ ਕੌਰ ਜੀ ਦੇ ਕੋਲੋਂ ਸਤ ਸੰਗਤ ਸੇਵਾ ਦੀ ਮਹਾਨਤਾ ਸਰਵਣ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜੋ ਭੈਣ ਜੀ ਨੇ ਪ੍ਰਸੰਗ ਪ੍ਰਾਰੰਭ ਕੀਤਾ ਸੇਵਾ ਦਾ, ਉਸੇ ਲੜੀ ਨੂੰ ਥੋੜ੍ਹਾ ਜਿਹਾ ਹੋਰ ਆਪਾਂ ਅੱਗੇ ਜੋੜ ਲਈਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਬਖਸ਼ਿਸ਼ ਦੇ ਵਿੱਚ ਮਿਲੀ ਹੋਈ ਫਤਿਹ ਸਾਰੇ ਹੀ ਪਿਆਰ ਸਤਿਕਾਰ ਨਿਮਰਤਾ ਦੇ ਨਾਲ ਗੱਜ ਵੱਜ ਕੇ ਬੁਲੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗੀ ਜਨੋ, ਗੁਰੂ ਸਾਹਿਬ ਜੀ ਦੇ ਬਚਨ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ। ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜੋ ਧਰਮ ਦੀ ਬੁਨਿਆਦ ਰੱਖੀ, ਦੋ ਗੱਲਾਂ ਦੇ ਉੱਪਰ ਰੱਖੀ, ਸੇਵਾ ਅਤੇ ਸਿਮਰਨ, ਕਿ ਸਤਸੰਗਤ ਦੇ ਵਿੱਚ ਬੈਠ ਕੇ ਸਿਮਰਨ ਕੀਤਾ ਜਾਵੇ ਅਤੇ ਪੰਗਤ ਦੇ ਵਿੱਚ ਸੇਵਾ ਕੀਤੀ ਜਾਵੇ। ਜਿੱਥੇ ਸਿਮਰਨ ਦੀ ਮਹਾਨਤਾ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਨੇ ਪੁਰਜ਼ੋਰ ਕੀਤੀ, ਉਹਨਾਂ ਨੇ ਆਪਣੇ ਬਚਨਾਂ 'ਚ ਕਹਿ ਦਿੱਤਾ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਕਿ ਕਲਯੁਗ ਹੈ, ਇਹਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਬੀਜ ਬੋਵੋ। ਅਤੇ ਜਦੋਂ ਆਪਾਂ ਪ੍ਰਮਾਤਮਾ ਦੇ ਨਾਮ ਦਾ ਬੀਜ ਬੋਵਾਂਗੇ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਜਿਸ ਪ੍ਰਮਾਤਮਾ ਦਾ ਨਾਮ ਆਪਾਂ ਜਪਾਂਗੇ ਉਸ ਨਾਮੀ ਦੇ ਵਿੱਚ ਅਭੇਦ ਹੋ ਜਾਵਾਂਗੇ। ਦੂਸਰੇ ਪਾਸੇ ਗੁਰੂ ਸਾਹਿਬ ਜੀ ਨੇ ਸੇਵਾ ਦੀ ਵੀ ਬੜੀ ਮਹਾਨਤਾ ਦਰਸਾਈ। ਪੰਚਮ ਪਾਤਸ਼ਾਹ ਦੇ ਬਚਨ ਅਨਕ ਭਾਂਤ ਕਰ ਸੇਵਾ ਕਰੀਏ, ਜਿਉ ਪ੍ਰਾਨ ਤਨ ਆਗੇ ਧਰੀਐ, ਪਾਣੀ ਪੱਖਾ ਕਰੋ ਤਜ ਅਭਮਾਨ, ਅਨਕ ਬਾਰ ਜਾਈਏ ਕੁਰਬਾਨ। ਸੇਵਾ ਦਾ ਪ੍ਰਸੰਗ ਆਪ ਜੀ ਸਰਵਣ ਕਰ ਰਹੇ ਸੀ। ਇਹ ਪਾਵਨ ਪਵਿੱਤਰ ਅਸਥਾਨ ਸਵਰਗਵਾਸੀ ਸੰਤ ਬਾਬਾ ਹਰਬੰਸ ਸਿੰਘ ਜੀ, ਅੱਗੇ ਚੱਲਦੇ ਆ ਰਹੇ ਜਥੇਦਾਰ ਮੌਜੂਦਾ ਸੰਤ ਬਾਬਾ ਜੋਗਾ ਸਿੰਘ ਜੀ, ਇਹ ਅਸਥਾਨ ਬੜਾ ਸੋਹਣਾ ਬਣਿਆ। ਗੁਰਦੁਆਰੇ ਕਾਹਦੇ ਵਾਸਤੇ ਹੁੰਦੇ ਹਨ, ਮੈਂ ਆਪ ਜੀ ਨੂੰ ਬੇਨਤੀ ਕਰਾਂ। ਗੁਰੂ ਸਾਹਿਬ ਨੇ ਬਾਣੀ 'ਚ ਸਪਸ਼ਟ ਕਰ ਦਿੱਤਾ, ਗੁਰਦੁਆਰੇ ਹੋਏ ਸੋਝੀ ਪਾਏ ਸੀ,
ਕਹਿੰਦੇ ਜਿਹੜੇ ਗੁਰੂ ਦੇ ਦੁਆਰ ਹਨ, ਇੱਥੋਂ ਇੱਕ ਸੋਝੀ ਮਿਲਦੀ ਹੈ, ਇੱਕ ਸਮਝ ਮਿਲਦੀ ਹੈ ਕਿ ਤੈਨੂੰ ਮਨੁੱਖਾ ਜੀਵਨ ਕਾਹਦੇ ਵਾਸਤੇ ਮਿਲਿਆ। ਸੋਝੀ ਮਿਲਦੀ ਹੈ ਕਿ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਕਿ ਤੂੰ ਆਪਣੀ ਸੁਰਤ ਨੂੰ ਇੱਥੇ ਆ ਕੇ ਘੜਨਾ ਹੈ, ਆਪਣੀ ਬੁੱਧ ਨੂੰ ਘੜਨਾ ਹੈ, ਆਪਣੀ ਚੇਤਨਤਾ ਨੂੰ ਤੂੰ ਘੜਨਾ ਹੈ। ਇਸੇ ਕਰਕੇ ਮੈਂ ਬੇਨਤੀ ਕਰਨਾ ਸਤਸੰਗੀ ਜਨੋ, ਜਿਉਂ-ਜਿਉਂ ਜਗਿਆਸੂ ਨਾਮ ਜਪਦਾ ਹੈ, ਹਿਰਦਾ ਸਾਫ਼ ਹੋ ਜਾਂਦਾ ਹੈ, ਜਿਉਂ-ਜਿਉਂ ਇਹ ਸੇਵਾ ਕਰਦਾ ਹੈ ਤੇ ਗੁਰੂ ਦੀਆਂ ਰਹਿਮਤਾਂ ਬਖਸ਼ਿਸ਼ਾਂ ਇਹਦੀ ਝੋਲੀ ਦੇ ਵਿੱਚ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਆਪਾਂ ਗੁਰੂ ਘਰ ਦਾ ਇਤਿਹਾਸ ਪੜ੍ਹੀਏ, ਬੜੀਆਂ ਗਥਾਵਾਂ ਹਨ ਜਿਨ੍ਹਾਂ ਨੇ ਕਿ ਸੇਵਾ ਕੀਤੀ ਤੇ ਸੇਵਾ ਕਰਕੇ ਉਹਨਾਂ ਨੇ ਬਖਸ਼ਿਸ਼ਾਂ ਪ੍ਰਾਪਤ ਕਰ ਲਈਆਂ। ਦਾਸ ਦੇ ਦ੍ਰਿਸ਼ਟੀ ਗੋਚਰੇ ਸਤਵੇਂ ਪਾਤਸ਼ਾਹ ਦਾ ਇਤਿਹਾਸ ਆਇਆ। ਸਤਵੇਂ ਪਾਤਸ਼ਾਹ ਜਦੋਂ ਕੀਰਤਪੁਰ ਸਾਹਿਬ ਵਿਖੇ ਸਨ ਤੇ ਉਹਨਾਂ ਦਿਨਾਂ ਦੇ ਵਿੱਚ ਭਾਈ ਭਗਤੂ ਜੀ, ਜਿਹੜੇ ਕਿ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਨਾਲ ਭਾਈ ਆਦਮ ਦੇ ਘਰ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ, ਬਜ਼ੁਰਗੀ ਦੇ ਵਿੱਚ ਸਨ। ਕਹਿੰਦੇ ਸਤਵੇਂ ਪਾਤਸ਼ਾਹ ਨੇ ਉਹਨਾਂ ਦੀ ਡਿਊਟੀ ਲਗਾਈ ਹੋਈ ਸੀ ਕਿ ਖੇਤਾਂ ਦੇ ਵਿੱਚ ਫਸਲ ਬੀਜਣੀ, ਉਹਦੀ ਦੇਖ ਰੇਖ ਕਰਨੀ ਅਤੇ ਫਸਲਾਂ ਨੂੰ ਕੱਟਣਾ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਕਹਿੰਦੇ ਜਿਨ੍ਹਾਂ ਦਿਨਾਂ ਦੇ ਵਿੱਚ ਭਾਈ ਭਗਤੂ ਜੀ ਕਹਿੰਦੇ ਫਸਲ ਨੂੰ ਕਟਾ ਰਹੇ ਸਨ, ਵਾਢੀ ਕਟਾ ਰਹੇ ਸਨ, ਵਾਢੀ ਕਰਵਾ ਰਹੇ ਸਨ। ਕਹਿੰਦੇ ਉਹਨਾਂ ਦਿਨਾਂ 'ਚ ਜਿਹੜੇ ਕਰਿੰਦੇ ਲੱਗੇ ਹੋਏ ਸੀ ਨਾ ਕੀਰਤਪੁਰ ਸਾਹਿਬ ਵਿਖੇ, ਕਹਿੰਦੇ ਭਾਈ ਭਗਤੂ ਜੀ ਉਹਨਾਂ ਨੂੰ ਇਹ ਕਿਹਾ ਕਰਦੇ ਕਿ ਜ਼ੋਰ ਦੇ ਨਾਲ ਸੇਵਾ ਕਰੋ, ਹੋਰ ਜ਼ੋਰ ਦੇ ਨਾਲ ਸੇਵਾ ਕਰੋ। ਜਿਵੇਂ ਆਪ ਜੀ ਹੁਣੇ ਸਰਵਣ ਕਰ ਰਹੇ ਸੀਗੇ ਕਿ ਜਦੋਂ ਟੋਕਰੀ ਮੁੱਧੀ ਪੈ ਜਾਣੀ ਤਾਂ ਸੇਵਾ ਵੱਧ ਜਾਣੀ। ਸਤਸੰਗੀ ਜਨੋ, ਇੰਨੂ ਦਾ ਸਤਿਕਾਰ ਨਾ ਹੋਣਾ, ਬਿੰਨੂ ਦਾ ਸਤਿਕਾਰ ਨਾ ਹੋਣਾ ਤੇ ਸੇਵਾ ਵੱਧ ਜਾਣੀ। ਇਸੇ ਤਰ੍ਹਾਂ ਭਾਈ ਭਗਤੂ ਜੀ ਪ੍ਰੇਰਣਾ ਦਿੰਦੇ ਕਿ ਸੇਵਾ ਹੋਰ ਜ਼ੋਰ ਨਾਲ ਕਰੋ, ਹੋਰ ਜ਼ੋਰ ਨਾਲ ਕਰੋ। ਉਧਰ ਦੁਪਹਿਰ ਦੇ ਲੰਗਰ ਦਾ ਟਾਈਮ ਹੋ ਗਿਆ। ਕਹਿੰਦੇ ਜਦੋਂ ਭਾਈ ਭਗਤੂ ਜੀ ਪ੍ਰਸ਼ਾਦਾ ਵਰਤਾ ਰਹੇ ਸਨ, ਘਿਓ ਪਾਇਆ ਕਾਮਿਆਂ ਨੂੰ, ਤੇ ਕਹਿੰਦੇ ਇੱਕ ਕਾਮੇ ਨੇ ਇਹ ਗੱਲ ਕਹਿ ਦਿੱਤੀ ਕਿ ਭਾਈ ਭਗਤੂ ਜੀ ਕੰਮ ਤਾਂ ਬੜੀ ਜ਼ੋਰ ਦਾ ਲੈਂਦੇ ਹੋ ਤੇ ਘਿਓ ਬੜਾ ਥੋੜਾ ਥੋੜਾ ਪਾਉਂਦੇ ਹੋ। ਕਹਿੰਦੇ ਜਦੋਂ ਇਹ ਬਚਨ ਆਖੇ ਨਾ, ਉਸ ਵਕਤ ਕਹਿੰਦੇ ਭਾਈ ਭਗਤੂ ਜੀ ਨੇ ਆਲੇ ਦੁਆਲੇ ਝਾਤ ਮਾਰੀ ਤਾਂ ਰਸਤੇ ਤੋਂ ਇੱਕ ਇਨਸਾਨ ਲੰਘਿਆ ਜਾ ਰਿਹਾ ਸੀ। ਮੈਂ ਬੇਨਤੀ ਕਰਾਂ, ਉਹ ਇਨਸਾਨ ਪਤਾ ਕਿਹੜਾ ਸੀਗਾ? ਲਾਹੌਰ ਸ਼ਹਿਰ ਦੇ ਅੰਦਰ ਸਤਸੰਗੀ ਜਨੋ, ਚੁੰਨੀਆਂ ਜਿਹੜੀ ਸੀਗੀ ਤਹਿਸੀਲ, ਉਹਦੇ ਅੰਦਰ ਇੱਕ ਛੋਟਾ ਜਿਹਾ ਪਿੰਡ ਜਿਸ ਦਾ ਨਾਮ ਇਤਿਹਾਸ 'ਚ ਅੰਬਮਾੜੀ ਲਿਖਿਆ ਹੋਇਆ ਹੈ। ਉੱਥੇ ਬਿਨੇ ਜੀ ਦੇ ਘਰ ਇੱਕ ਬੱਚਾ ਪੈਦਾ ਹੋਇਆ। ਬਿਨੇ ਜੀ ਨੇ ਉਸ ਦਾ ਨਾਮ ਸੰਗਤ ਰੱਖਿਆ। ਜਿਸ ਤਰ੍ਹਾਂ ਹੀ ਥੋੜਾ ਵੱਡਾ ਹੋਇਆ, ਮਾਂ ਬਾਪ ਸਤਸੰਗੀ ਸਨ, ਉਹ ਥੋੜਾ ਨਾਮ ਜਪਦਾ, ਸੇਵਾ ਵਾਲੇ ਪਾਸੇ ਉਹਦੀ ਰੁਚੀ, ਪਰ ਜਿਹੜੀ ਕਿਰਤ ਕਰਦੇ ਸਨ ਕਹਿੰਦੇ ਉਹ ਫੇਰੀ ਲਗਾਣੀ ਉਹਨੇ ਸ਼ੁਰੂ ਕਰ ਦਿੱਤੀ। ਜਦੋਂ ਉਹ ਸਤਸੰਗ ਕਰਦਾ, ਗੁਰੂ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੀ ਸੋਭਾ ਉਹਦੇ ਕੰਨਾਂ ਦੇ ਵਿੱਚ ਪਈ ਤਾਂ ਕਹਿੰਦੇ ਉਹਦੇ ਮਨ 'ਚ ਆਇਆ ਕਿ ਚਲੋ ਫੇਰੀ ਲਗਾਉਂਦੇ ਹਾਂ, ਆਪਾਂ ਕਿਰਤ ਆਪਣੀ ਕਰਦੇ ਹਾਂ, ਕੀਰਤਪੁਰ ਸਾਹਿਬ ਦੀ ਧਰਤੀ ਤੇ ਚੱਲਦੇ ਹਾਂ, ਉੱਥੇ ਗੁਰੂ ਘਰ ਦੇ ਵਿੱਚ ਗੁਰੂ ਪਾਤਸ਼ਾਹ ਦੀ ਹਾਜ਼ਰੀ 'ਚ ਸੇਵਾ ਵੀ ਕਰ ਲਿਆ ਕਰਾਂਗੇ ਤੇ ਫੇਰੀ ਲਗਾ ਲਿਆ ਕਰਾਂਗੇ। ਕਹਿੰਦੇ ਉਹ ਫੇਰੀ ਲਗਾਉਂਦਾ ਹੁੰਦਾ ਸੀ ਤੇ ਫੇਰੀ ਪਤਾ ਕਾਹਦੀ ਲਗਾਉਂਦਾ ਸੀ? ਜਿਵੇਂ ਸਤਸੰਗ ਜੀ ਨੂੰ ਲੂਣ ਮਿਰਚ ਆਟਾ ਦਾਲਾਂ ਤੇ ਇਸੇ ਤਰ੍ਹਾਂ ਜਿਹੜਾ ਘਿਓ ਸੀ ਨਾ, ਉਹ ਸਾਰਾ ਕੁਝ ਉਹ ਲੱਦ ਕੇ ਤੇ ਫੇਰੀ ਲਗਾਉਂਦਾ ਸੀ। ਕਹਿੰਦੇ ਜਦੋਂ ਭਾਈ ਭਗਤੂ ਜੀ ਨੂੰ ਸਿੱਖ ਨੇ ਕਿਹਾ ਕਿ ਕੰਮ ਤਾਂ ਬੜਾ ਜ਼ੋਰ ਦੀ ਕਰਵਾਉਂਦੇ ਹੋ ਪਰ ਤੁਸੀਂ ਘਿਓ ਬੜਾ ਥੋੜਾ ਥੋੜਾ ਪਾਉਂਦੇ ਹੋ, ਕਹਿੰਦੇ ਭਾਈ ਭਗਤੂ ਜੀ ਨੇ ਜਦੋਂ ਆਲੇ ਦੁਆਲੇ ਦੇਖਿਆ ਤੇ ਉਸ ਸੰਗਤ ਜੋ ਅਜੇ ਨੌਜਵਾਨ ਹੈ ਉਸ ਦੇ ਉੱਪਰ ਨਜ਼ਰ ਚਲੀ ਗਈ। ਕਹਿੰਦੇ ਕੀ ਕੀਤਾ, ਪਰ ਬਿਲਕੁਲ ਵੀ ਉਸ ਨੂੰ ਉਸ ਵਕਤ ਭਾਈ ਭਗਤੂ ਜੀ ਨਹੀਂ ਸਨ ਜਾਣਦੇ। ਉਹਨਾਂ ਨੇ ਆਵਾਜ਼ ਲਗਾਈ ਕਿ ਫੇਰੀ ਵਾਲੇ, ਕਹਿੰਦੇ ਤੂੰ ਇੱਧਰ ਆ ਕਿ ਤੇਰੇ ਕੋਲ ਘਿਓ ਹੈ। ਉਹ ਸੰਗਤ ਨੌਜਵਾਨ ਬੱਚਾ ਆ ਕੇ ਕਹਿਣ ਲੱਗਾ, ਜੀ ਮਹਾਪੁਰਸ਼ੋ ਮੇਰੇ ਕੋਲ ਘਿਓ ਹੈ। ਕਹਿੰਦੇ ਭਗਤੂ ਜੀ ਨੇ ਕਿਹਾ ਕਰ, ਇਸ ਤਰ੍ਹਾਂ ਕਰ, ਜਿਤਨੇ ਵੀ ਕਾਮੇ ਹਨ ਨਾ, ਕਹਿੰਦੇ ਇਹਨਾਂ ਨੂੰ ਇੱਕ ਇੱਕ ਪਲੀ ਘਿਓ ਦੀ ਪਾ ਦੇ। ਕਹਿੰਦੇ ਇੱਕ ਇੱਕ ਪਲੀ ਘਿਓ ਦੀ ਸਭ ਨੂੰ ਪਾਈ ਤੇ ਹੁਣ ਥੋੜੀ ਦੇਰ ਉਹ ਦੇਖ ਰਿਹਾ ਕਿ ਮੈਨੂੰ ਪੈਸੇ ਦਿੱਤੇ ਜਾਣਗੇ। ਭਾਈ ਭਗਤੂ ਜੀ ਕਹਿਣ ਲੱਗੇ ਕਿ ਇਸ ਤਰ੍ਹਾਂ ਕਰੀ ਪਿਆਰਿਆ, ਕੱਲ ਨੂੰ ਗੁਰੂ ਦੇ ਦਰਬਾਰ ਦੇ ਵਿੱਚ ਆ ਜਾਈਂ, ਜਿਹੜੇ ਤੇਰੇ ਪੈਸੇ ਬਣਦੇ ਹਨ ਨਾ ਉਹ ਤੈਨੂੰ ਉੱਥੇ ਹੀ ਦੇ ਦਿੱਤੇ ਜਾਣਗੇ। ਕਹਿੰਦੇ ਸਤ ਬਚਨ ਕਹਿ ਕੇ ਉਹ ਆਪਣੇ ਘਰ ਚਲਾ ਗਿਆ। ਪਰ ਇਤਿਹਾਸ ਇਹ ਗੱਲ ਬੋਲਦਾ ਹੈ, ਕਹਿੰਦੇ ਜਿਸ ਤਰ੍ਹਾਂ ਹੀ ਸੁਬਾ ਹੋਈ ਨਾ, ਉਹਨੇ ਆਪਣਾ ਸਾਰਾ ਸਮਾਨ ਦੁਬਾਰਾ ਪੂਰਾ ਕਰਨਾ ਸੀ। ਉਸਨੇ ਮਿਰਚਾਂ ਪੂਰੀਆਂ ਕੀਤੀਆਂ, ਲੂਣ ਪੂਰਾ ਕੀਤਾ, ਦਾਲਾਂ ਪੂਰੀਆਂ ਕੀਤੀਆਂ,
ਪਰ ਇਤਿਹਾਸ ਕਹਿੰਦਾ ਜਦੋਂ ਕਹਿੰਦੇ ਉਸਨੇ ਬਰਤਨ ਘਿਓ ਵਾਲਾ ਖੋਲਿਆ ਨਾ ਤੇ ਉਹ ਲਪਾ ਲੱਪ ਭਰਿਆ ਹੋਇਆ ਸੀ। ਕਹਿੰਦੇ ਉਹ ਲਪਾ ਲੱਪ ਜਦੋਂ ਘਿਓ ਭਰਿਆ ਹੋਇਆ, मैं बेनती करा ताही तो गुरु साहब ने एक बचन कहे हैं सिख नूं, कहंदे सिखा घाल खाए किच हथों दे नानक राह पछाणे से। मेरे गुरु साहब कहंदे जदों दसां नोहां दी किरत कमाई करेंगा ना, कहंदे ओहदे विचों कहंदे जो तू दान करेंगा सेवा करेंगा, कहंदे तां तू मेरे मार्ग नूं सही ढंग दे नाल पहचान सकेंगा। घाल खाए किच हथों दे नानक राह पछाणे से, कि तां तैनूं रब दे मार्ग दे ਉੱਪਰ ਵਧੀਆ ਢੰਗ ਦੇ ਨਾਲ ਤੂੰ ਸਫ਼ਰ ਤੈਅ ਕਰ ਸਕੇਂਗਾ। ਕਹਿੰਦੇ ਉਹਨੇ ਜਦੋਂ ਦੇਖਿਆ ਕਿ ਲਪਾ ਲੱਪ ਭਰੀ ਹੈ ਤਾਂ ਉਹਦੇ ਮਨ ਦੇ ਵਿੱਚ ਆਏ, ਕਿਉਂਕਿ ਗੁਰੂ ਦੀ ਉਪਮਾ ਤਾਂ ਸੁਣਦਾ ਸੀ, ਗੁਰੂ ਦਾ ਜਸ ਤਾਂ ਉਹ ਸੁਣਦਾ ਸੀ, ਗੁਰੂ ਜੋ ਬਰਕਤਾਂ ਪਾਉਂਦਾ ਉਹ ਤਾਂ ਰੋਜ਼ ਸੁਣਦਾ ਸੀ। ਉਹਦੇ ਮਨ 'ਚ ਆਇਆ ਕਿ ਗੁਰੂ ਨੇ ਕਿਰਪਾ ਕਰ ਦਿੱਤੀ ਕਿ ਇਹ ਜਿਹੜਾ ਮੈਂ ਕੱਲ ਸਿੱਖਾਂ ਨੂੰ ਘਿਓ ਖਵਾ ਕੇ ਆਇਆ ਹਾਂ ਭਾਈ ਭਗਤੂ ਜੀ ਦੇ ਕਹਿਣ ਦੇ ਉੱਪਰ, ਤਾਂ ਅੱਜ ਇਹ ਬਰਤਨ ਲਪਾ ਲੱਪ ਭਰਿਆ ਹੈ। ਦੀਵਾਨ ਤਾਂ ਅਜੇ ਥੋੜੀ ਦੇਰ ਨੂੰ ਲੱਗਾ ਸੀ। ਕਹਿੰਦੇ ਸੁਬਾ ਸੁਬਾ ਪਤਾ ਕੀ ਹੋਇਆ ਸਤਸੰਗੀ ਨੂੰ, ਉਹ ਬੱਚਾ ਨੌਜਵਾਨ ਸੰਗਤ ਨਾਲ ਭਾਈ ਭਗਤੂ ਜੀ ਦੇ ਘਰ ਪਹੁੰਚ ਗਿਆ। ਦਰਵਾਜ਼ਾ ਖੜਕਾਇਆ, ਭਾਈ ਭਗਤੂ ਜੀ ਨੇ ਦਰਵਾਜ਼ਾ ਖੋਲਿਆ। ਖੋਲਣ ਸਰ ਭਾਈ ਭਗਤੂ ਜੀ ਕਹਿੰਦੇ ਕੀ ਗੱਲ ਪਿਆਰਿਆ, ਕਹਿੰਦੇ ਸੁਬਾ ਸੁਬਾ ਆ ਗਿਆ ਹੈ, ਤੈਨੂੰ ਕਿਹਾ ਸੀ ਨਾ ਗੁਰੂ ਦੇ ਦਰਬਾਰ ਦੇ ਵਿੱਚ ਆਈ, ਜਿਹੜੇ ਤੇਰੇ ਬਣਦੇ ਪੈਸੇ ਹਨ ਤੈਨੂੰ ਉੱਥੇ ਦਿੱਤੇ ਜਾਣਗੇ। उस नौजवान संगत दियां अखां दे विच हंझू आ गए। कहंदा महापुरुषो मैं पैसे लैण नहीं आया, कहंदे जो गुरु ने रहमतां कीतियां बख्शिशां कीतियां मैं आप जी नूं ओह दस्सण वास्ते आया हाँ। कहंदे की होया, वो कहन लगा भाई भगतू जी जिस तरह मैं सुबह सारा समान पूरा कर रहा सी, ਜਿਹੜੀ कि कल मैं इत्थे बर्तन खाली करके गया घिओ दा, जदों अज सुबह उहनूं मैं भरन वास्ते कि फिर मैं फेरी वास्ते जाना, जदों मैं बर्तन दा मूँह खोलिया तो वह लपा लप भरिया होया सी। बस हुण किरपा करो मैनूं तुसीं सतवें पातशाह साहिब श्री गुरु हरराय साहिब सच्चे पातशाह दे चरनां विच लै जाओ। कहंदे भाई भगतू जी समय दे नाल कहंदे जदों समा होया मेरे सतवें पातशाह दा दरबार सजिया, उस नौजवान नूं जिहदा नाम संगत है लैके दरबार दे विच पहुंचे। भाई भगतू जी ने मत्था टेकिया, सतवें पातशाह ने प्रसन्नता बख्शी, घट घट के जानन वालियां ने प्रसन्नता बख्शी। भाई भगतू जी ने कहंदे भाई भगतू जी की गल अज समय तो पहला आ गए, अज सेवा वास्ते सिखां नूं लैके नहीं गए। भाई भगतू जी कहन लगे सच्चे पातशाह ये नौजवान बच्चा अगे भी सत्संग विच आंदा है, आप जी दे दर दीआं हाज़रियां भरदा है, पर सच्चे पातशाह अज ये वखरी शरधा लैके आया। मैं बेनती करा प्यारिओ दर ते तां आपां भी आंदे हां, पर एक गल दा ध्यान रख लेना कि साडे अंदर दी शरधा किहो जी है, बस उस शरधा नूं फल लगना है। मेरे गुरु पातशाह दे एक बड़े सोहने बच्चे हैं, कहंदे जिहड़ा सतगुरु है ना, कहंदे एको नज़र कर वेखे सब ऊपर। गुरु साहब कहंदे गुरु सब दे ऊपर एको नज़र दे नाल देखदा है, गुरु कोई वितकरा नहीं पर करदा, पर गुरु साहब कहंदे मिलदा पता किस इंसान नूं किस तरह दा है। कहंदे एक गल दा ध्यान रखो, कहंदे सबको नज़र कर वेखे, कहंदे सब दे ऊपर एको नज़र कर वेखे सब ऊपर, कहंदे जेहा पाओ ते हो फल पाइए। कहंदे सिख नूं ओह कुछ मिलदा है जिस तरह की ओहदी भावना हुंदी है, जिस तरह की ओहदी शरधा हुंदी है। भाई भगतू जी ने सारी गल सुनाई सच्चे पातशाह नूं। कहंदे सच्चे पातशाह साहिब श्री गुरु हरराय साहिब सच्चे पातशाह उस संगत नौजवान नूं मुखातिब होके कहंदे प्यारिया, कहंदे तू फेरी लगांदे बरकतां पाईयां हन, इस करके असीं तेरा नाम भाई फेरू रखदे हां। इतिहास उसका नाम भाई फेरू है। सत्संगी जनों कहंदे सतवें पातशाह ने कहा कि हुण तू फेरी नहीं लगानी, कहंदे हुण तू लंगर दी सेवा करनी शुरू कर दे। कहंदे लंगर दी सेवा दे विच तत्पर हो गया। इतिहास कहंदा कहंदे एक दिन पता की होया, कहंदे वक्तों कुत्थे समय दे उपर कुछ संगत आ गई। कहंदे जदों संगत आई नवा लंगर भी तैयार करना शुरू किया, प्रशादा उतरना शुरू हो गया, पर कुछ प्रशादे रात दे भी पए सन। कहंदे जिहड़े वरतावे सन, कहंदे उन्हां ने जदों वरताया अचनचेत की होया एक पंगत दे विच सत्संगे जन जिहड़े बासे प्रशादे सन, जिन्हों गुरु घर च मिठे प्रशादे कहा जाता है, वह वरता दिते। एक पंगत विच ताजे प्रशादे वरताए जा रहे सन। एक सिख ने कह दिता कि भाई फेरू
तू गुरु का लंगर भी काणा कर दिता। कहते जदों ये गल कही ना तो भाई फेरू जी ने पता की कीता सी, अखां बंद कीतियां, उस सिख दे चरण पकड़ ले। कहते प्यारिया गुरु के लंगर नूं काणा ना करी। कहते ये अरदास कर देती कि हे सच्चे पातशाह भुल मेतों हुई है, इस सिख ने बचन कर दिता, इस करके मेरी एक अख तां काणी कर दिओ, पर ये जिहड़े लफ्ज़ इहने वरते हैं मैनू उसकी माफ़ी दिओ। बड़े सोहने इतिहास च बचन लिखे हुए हैं कि मम एक आख काणी करो गुरु लंगर करो बहाल, कि जड़ा गुरु का लंगर है प्यारे इस कोई लफ्ज़ ना आखी। मैं बेनती करा इतिहास कहता है जिस तरह ही क्योंकि सेवा करके बचना दे विच सत्या आ गई सी, कहते भाई फेरू जी की एक अख जाती रही। कहते जो एक अख जाती रही, कहते सतवें पातशाह नूं पता लग्या कि भाई फेरू किसी सिख के बचन करके उन्हें अपनी एक अख कर दी है, इस तरह कि दान विच कर दी, इस तरह अख एक जाती रही। कहते सतवें पातशाह ने अपने कोल बुलाया तो कह दिता कि भाई फेरू तेरी कमाई बहुत हो गई है, हुण तू अपने नक्के देश वापस चलिया जा, उत्थे जाके तू सेवा शुरू कर दे। तो कहते उदों भाई फेरू ने पता की कीता सी, हाथ जोड़े, कहते सच्चे पातशाह लंगर की सेवा करनी है, कुछ धन दौलत भी तो चाहिए है ना, कोई रात रहन वास्ते आएगा, कुछ सरां भी बनानी पेगी, मेरे को तो कोई भी पैसा नहीं है। सतवें पातशाह ने उत्थे किरपा करते हुए पता की क्या सी, कहते भाई फेरू तू सेवा जाके शुरू कर, कहते खीसा मेरा होएगा, कहते हथ तेरा होएगा। कहते उन्होंने बख्शिशां दे के तोड़ दिता। कहते जदों भाई फेरू जी कहते नक्के देश अपने पिंड वापस चले गए, उत्थे जाके सेवा शुरू कर दी। जिथे सेवा करते हैं सत्संगी जनों, उत्थे नाल दी नाल कहते गुरु के नाम का प्रचार, गुरु के दर का प्रचार भी करते हैं। कहते सतवें पातशाह पंज भूतक चोला बदल गए, अठवें पातशाह का समाया वो भी पंज भूतक चोला बदल गए, नौवें पातशाह का समाया वो भी चोला बदल गए, 10वें पातशाह का भी समा आ गया सत्संगी जनों। पर कहते भाई फेरू जी उस तो बाद कदी कहते दर्शना वास्ते ना आए, क्योंकि जिहड़ा गुरु ने बचन दिता सी ना बस ओहदे विच सत्संगी वो तत्पर हो गए कि गुरु ने मेरी ड्यूटी लगाई है। मैं बेनती करा गुरु साहब ने एक बड़े सोहने बचन आखे हैं, कहते ये ना सोचना जिहड़े गुरु के कोल आके बैठते हैं वही गुरु के नेड़े हैं। कहते गुरु सभा एव ना आखिए, कहते गुरु की सभा ए नहीं, कहते गुरु सेवा एव ना आखिए, कहते कोई कह नेड़े के दूर, कहते ए नहीं है कि जिहड़ा कोई इंसान नेड़े है कोई दूर है। कहते ए इंसान एक गल का ध्यान रखी, गुरु सभा एव ना पाइए, ना नेड़े ना दूर। कहते गुरु दे हजूर केड़ा पता केड़ा है, कहते जब मन रहे हजूर, कहते जिहड़ा मन करके गुरु दे बचन मनदा है, मन करके कहते बस गुरु की आज्ञा मनदा है, कहते वो नेड़े है। कहते जदों सेवा करी गए ना सत्संगी नो, 10वें पातशाह का समा आ गया। फिर 10वें पातशाह ने जदों मसंदा नूं सजावां दित्तियां ना, कहते मसंदा नूं जदों सजावां दे रहे सन ना, कहते जदों सब मसंदा नूं सजावां दे दित्तियां। मैं बेनती करा अज जदों मसंद लफ्ज़ अपने सामने आंदा ना आपां बड़ी नीवी निगाह दे नाल देखदे हां, पर मसंद लफ्ज़ पता कित्थों बनिया सी, मसनद तो। मसनद कहते हैं अधर्म की स्टेज तो, जिहड़े गुरु पातशाह के बचनों के मुताबक गुरु नानक देव सच्चे पातशाह के दर घर का प्रचार करते सन, अज आपां उन्हां नूं प्रचारक कहते हाँ, उन्होंने कीर्तनीय कहते हाँ, उदों मसंद कहा जाता सी सत्संगी जनों। क्योंकि जदों वो लालची हो गए तो जदों उन्होंने अपनी पूजा करानी शुरू कर दी ना, फिर मेरे कलगीधर सच्चे पातशाह ने उन्होंने सजावां दित्तियां। कहते जदों काफ़ी मसंदां नूं सजावां दित्तियां, सिखां नूं पुछया कि कोई मसंद रह तो नहीं गया। विचों किसी ने कह दिता कि सच्चे पातशाह वो नक्के दी धरती ते 7वें पातशाह की बख्शिश लैके एक भाई फेरू गया है कि वो कदी नहीं आया, उन्हें कदी पिटावां आप जी के चरणों च आके समर्पित नहीं कीतियां। कहते जदों शिकायत की ना, कहते कलगीधर सच्चे पातशाह ने पता की कीता, कहते 5 सिंघां नूं कहा, कहते नक्के देश की धरती ते जावो अते कहते भाई फेरू दी मुश्कां बन के लैके आवो। कहते जदों सिंह गए उन्होंने जाके जदों उत्थे दा सत्संगी नूं सारा माहौल देखिया, एटमोसफेयर देखिया कि भाई फेरू जी तो हर वक्त सेवा दे विच तत्पर रहंदे हन। क्योंकि जिन्हां ने शिकायत की सी उन्होंने ये कहा सी कि सच्चे पातशाह अपनी पूजा करवांदा है,
ਜਿਹੜੀਆਂ ਲੋਕਾਂ ਦੀਆਂ ਭਿਟਾਵਾਂ ਹਨ ਸਾਰੀਆਂ ਉਹ ਆਪਣੇ ਆਪ ਤੇ ਵਰਤਦਾ ਹੈ, ਉਹ ਐਸ਼ ਪ੍ਰਸਤੀ ਦੇ ਵਿੱਚ ਚਲਾ ਗਿਆ। ਪਰ ਜਿਹੜੇ ਸਿੰਘਾਂ ਨੂੰ ਭੇਜਿਆ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਨੇ, ਕਹਿੰਦੇ ਜਦੋਂ ਜਾ ਕੇ ਦੇਖਿਆ ਕਿ ਭਾਈ ਫੇਰੂ ਜੀ ਬਿਲਕੁਲ ਸਾਦੇ ਕੱਪੜਿਆਂ ਦੇ ਵਿੱਚ ਹਨ, ਉਹਨਾਂ ਦੀਆਂ ਤਾਂ ਪੈਰਾਂ ਦੀਆਂ ਵਿਆਈਆਂ ਵੀ ਫਟੀਆਂ ਪਈਆਂ ਹਨ, ਹੱਥਾਂ ਦੇ ਵਿੱਚ ਵੀ ਦਰਾੜਾਂ ਆਈਆਂ ਪਈਆਂ ਹਨ। ਭਾਈ ਫੇਰੂ ਜੀ ਹਰ ਵਕਤ ਸੇਵਾ ਵਿੱਚ ਤਤਪਰ ਰਹਿੰਦੇ ਹਨ, ਕਦੀ ਲੰਗਰ ਵਰਤਾਉਂਦੇ ਹਨ, ਕਦੀ ਲੰਗਰ ਪਕਾਉਂਦੇ ਹਨ, ਕਦੀ ਸੰਗਤਾਂ ਦੇ ਵਿੱਚ ਲੰਗਰ ਵਰਤਾਉਂਦੇ ਹਨ, ਕਦੀ ਆਏ ਹੋਏ ਜਗਿਆਸੂਆਂ ਨੂੰ ਬਿਸਤਰੇ ਦਿੰਦੇ ਹਨ। ਕਹਿੰਦੇ ਆਖਰ ਕਰਕੇ ਉਹਨਾਂ ਨੂੰ ਦੇਖਦੇ ਦੇਖਦੇ 3-4 ਦਿਨ ਬਤੀਤ ਹੋ ਗਏ। ਸਿੰਘਾਂ ਨੇ ਤਾਂ ਕੁਛ ਨਾ ਕਿਹਾ, ਪਰ ਜਦੋਂ 4 ਦਿਨ ਬਤੀਤ ਹੋ ਗਏ ਨਾ ਤੇ ਭਾਈ ਫੇਰੂ ਜੀ ਨੇ ਸਿੰਘਾਂ ਨੂੰ ਪੁੱਛ ਲਿਆ ਕਿ ਪਿਆਰਿਓ, ਇੱਥੇ ਯਾਤਰੀ ਆਉਂਦੇ ਹਨ, ਕੋਈ 1 ਰਾਤ ਕੋਈ 2 ਰਾਤ ਰਹਿੰਦਾ ਹੈ, ਅੱਗੇ ਆਪਣਾ ਸਫ਼ਰ ਤੇ ਚਲੇ ਜਾਂਦਾ ਹੈ, ਤੁਸੀਂ 4-5 ਦਿਨ ਹੋ ਗਏ ਤੁਸੀਂ ਇੱਥੇ ਰੁਕੇ ਹੋਏ ਹੋ, ਕਿੱਥੋਂ ਆਏ ਹੋ? ਕਹਿੰਦੇ ਜਦੋਂ ਭਾਈ ਫੇਰੂ ਜੀ ਨੇ ਪੁੱਛਿਆ ਨਾ ਤੇ ਕਹਿੰਦੇ ਉਦੋਂ ਸਿੰਘ ਕਹਿੰਦੇ ਸਾਨੂੰ ਤਾਂ ਕਲਗੀਧਰ ਸੱਚੇ ਪਾਤਸ਼ਾਹ ਨੇ ਭੇਜਿਆ ਹੈ, ਅਸੀਂ ਆਨੰਦਪੁਰ ਸਾਹਿਬ ਜੀ ਤੋਂ ਆਏ ਹਾਂ। ਉਹਨਾਂ ਨੇ ਕਹਿੰਦੇ ਜਦੋਂ ਕਿਹਾ ਨਾ ਆਨੰਦਪੁਰ ਸਾਹਿਬ ਤੋਂ ਆਏ ਆ, ਕਹਿੰਦੇ ਭਾਈ ਫੇਰੂ ਜੀ ਜਿਹੜੇ ਨਿਰਮਾਣਤਾ ਦੀ ਮੂਰਤ ਬਣ ਚੁੱਕੇ ਹਨ ਸਤਸੰਗੀ ਜਨੋ, ਕਹਿੰਦੇ ਸਿੰਘਾਂ ਦੇ ਚਰਨ ਪਕੜ ਲਏ। ਕਹਿੰਦੇ ਮੇਰੇ ਗੁਰੂ ਦੇ ਕੋਲੋਂ ਆਏ ਹੋ? ਕਹਿੰਦੇ ਕੀ ਹੁਕਮ ਲੈ ਕੇ ਆਏ ਹੋ? ਕਹਿੰਦੇ ਜਦੋਂ ਹੁਕਮ ਦੀ ਗੱਲ ਕੀਤੀ ਨਾ, ਸਿੰਘ ਕਹਿੰਦੇ ਕਲਗੀਧਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਭਾਈ ਫੇਰੂ ਦੀਆਂ ਮੁਸ਼ਕਾਂ ਬਣ ਕੇ ਲੈ ਕੇ ਆਵੋ। ਕਹਿੰਦੇ ਭਾਈ ਫੇਰੂ ਜੀ ਕਹਿੰਦੇ ਧੰਨ ਭਾਗ ਮੇਰੇ, ਮੈਨੂੰ ਗੁਰੂ ਨੇ ਯਾਦ ਕੀਤਾ ਹੈ, ਛੇਤੀ ਕਰੋ ਮੇਰੀਆਂ ਮੁਸ਼ਕਾਂ ਬੰਨੋ। ਪਰ ਜਿਹੜੇ ਸਿੰਘ ਸਨ ਉਹ ਕਹਿੰਦੇ ਭਾਈ ਸਾਹਿਬ ਜੀ ਅਸੀਂ ਤੁਹਾਡੀ ਕਿਰਤ ਦੇਖੀ, ਅਸੀਂ ਤੁਹਾਡੀ ਸੇਵਾ ਦੇਖੀ, ਉੱਥੇ ਜਿਹੜੀ ਸ਼ਿਕਾਇਤ ਲੱਗੀ ਆ ਉਹ ਕੁਝ ਇਸ ਸਭ ਕਾਸੇ ਦੇ ਉਲਟ ਸੀ, ਇਸ ਕਰਕੇ ਅਸੀਂ ਜੋ ਨੋਟ ਕੀਤਾ ਅਸੀਂ ਤੁਹਾਡੀਆਂ ਮੁਸ਼ਕਾਂ ਨਹੀਂ ਬਣ ਸਕਦੇ। ਉਸ ਵਕਤ ਭਾਈ ਫੇਰੂ ਜੀ ਕਹਿੰਦੇ ਪਿਆਰਿਓ, ਅੱਜ ਤੱਕ ਗੁਰੂ ਦੇ ਹੁਕਮ ਦੇ ਵਿੱਚ ਰਿਹਾ ਹਾਂ, ਜੀਵਨ ਬਤੀਤ ਕੀਤਾ, ਜਦੋਂ ਦੇ 7ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਹੁਕਮ ਦੇ ਵਿੱਚ ਜੀਵਨ ਬਤੀਤ ਕਰਦਾ ਆ ਰਿਹਾ ਹਾਂ, ਇਸ ਕਰਕੇ ਹੁਣ ਮੈਨੂੰ ਹੁਕਮ ਤੋਂ ਤੁਸੀਂ ਬਾਹਰ ਨਾ ਕਰੋ, ਮੇਰੀਆਂ ਮੁਸ਼ਕਾਂ ਬੰਨੋ। ਕਹਿੰਦੇ ਸਿੰਘ ਕਹਿੰਦੇ ਭਾਈ ਸਾਹਿਬ ਜੀ ਨਹੀਂ, ਅਸੀਂ ਤਾਂ ਤੁਹਾਡੀਆਂ ਮੁਸ਼ਕਾਂ ਨਹੀਂ ਬਣ ਸਕਦੇ, ਤੁਸੀਂ ਸਾਡੇ ਨਾਲ ਵੈਸੇ ਚੱਲੋ, ਨੇੜੇ ਜਾ ਕੇ ਮੁਸ਼ਕਾਂ ਬੰਨ ਲਵਾਂਗੇ। ਕਹਿੰਦੇ ਜਦੋਂ ਆਨੰਦਪੁਰ ਸਾਹਿਬ ਜੀ ਦੇ ਨੇੜੇ ਪਹੁੰਚੇ ਨਾ, ਕਹਿੰਦੇ ਭਾਈ ਸਾਹਿਬ ਜੀ ਨੇ ਫਿਰ ਕਿਹਾ ਭਾਈ ਫੇਰੂ ਜੀ ਨੇ, ਕਹਿੰਦੇ ਪਿਆਰਿਓ ਹੁਣ ਤਾਂ ਮੇਰੀਆਂ ਮੁਸ਼ਕਾਂ ਬੰਨ ਦਿਓ, ਮੈਂ ਮੁਸ਼ਕਾਂ ਬੰਨਣੇ ਤੋਂ ਬਿਨਾਂ ਗੁਰੂ ਦੇ ਦਰ ਤੇ ਨਹੀਂ ਜਾਵਾਂਗਾ, ਗੁਰੂ ਦਾ ਹੁਕਮ ਹੈ। ਕਹਿੰਦੇ ਸਿੰਘਾਂ ਨੇ ਮੁਸ਼ਕਾਂ ਬੰਨੀਆਂ। ਜਦੋਂ 7ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚੇ, ਕਹਿੰਦੇ ਲੰਮੇ ਪੈ ਕੇ ਕਹਿੰਦੇ ਮੱਥਾ ਟੇਕਿਆ। ਜਦੋਂ ਮੱਥਾ ਟੇਕਿਆ ਤੇ ਕਹਿੰਦੇ ਕਲਗੀਧਰ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਪੁੱਛਿਆ ਕਿ ਭਾਈ ਫੇਰੂ ਨੂੰ ਲੈ ਕੇ ਆਏ ਹੋ, ਤੁਸੀਂ 3-4 ਦਿਨ ਉੱਥੇ ਰਹੇ ਹੋ, ਭਾਈ ਫੇਰੂ ਦੀ ਕਿਰਤ ਕਿਸ ਤਰ੍ਹਾਂ ਦੀ ਸੀ, ਭਾਈ ਫੇਰੂ ਦੀ ਸੇਵਾ ਕਿਸ ਤਰ੍ਹਾਂ ਦੀ ਸੀ? ਉਹ ਕਹਿੰਦੇ ਸੱਚੇ ਪਾਤਸ਼ਾਹ ਜੋ ਤੁਹਾਡੇ ਕੋਲ ਸ਼ਿਕਾਇਤ ਪਹੁੰਚੀ, ਭਾਈ ਫੇਰੂ ਦਾ ਜੀਵਨ ਬਿਲਕੁਲ ਉਸ ਦੇ ਉਲਟ ਹੈ। ਭਾਈ ਫੇਰੂ ਜੀ ਤਾਂ ਹਰ ਵਕਤ ਸੇਵਾ ਦੇ ਵਿੱਚ ਤਤਪਰ ਹਨ, ਹਰ ਵਕਤ ਸੱਚੇ ਪਾਤਸ਼ਾਹ ਕਦੀ ਲੰਗਰ ਦੀ ਸੇਵਾ ਕਰਦੇ ਹਨ, ਕਦੀ ਪਾਣੀ ਢੋਣ ਦੀ ਸੇਵਾ ਕਰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਆਪਣੇ ਬਚਨਾਂ 'ਚ ਕਿਹਾ, ਕਹਿੰਦੇ ਪਿਆਰਿਆ ਇੱਕ ਗੱਲ ਦਾ ਧਿਆਨ ਰੱਖੀ, ਕਹਿੰਦੇ ਜੇ ਤੂੰ ਪਾਣੀ ਪਿਲਾਵੇਂਗਾ, ਕਹਿੰਦੇ ਫਿਰ ਪਤਾ ਕੀ ਹੈ, ਕਹਿੰਦੇ ਤੂੰ ਇਹ ਸੋਚੀ ਜਿਵੇਂ ਕੁਰੂਕਸ਼ੇਤਰ ਤੀਰਥ ਅਸਥਾਨ ਦੇ ਉੱਪਰ ਕਹਿੰਦੇ ਜੋ ਇਸ਼ਨਾਨ ਕਰਨ ਦਾ ਫਲ ਹੈ। ਭਾਈ ਸਾਹਿਬ ਜੀ ਦੇ ਬੜੇ ਸੋਹਣੇ ਬਚਨ ਹਨ, 5 ਬਾਰ ਗੰਗ ਜਾਏ, ਬਾਰ 5 ਪ੍ਰਾਗ ਨਾਏ, ਤੈਸਾ ਪੁੰਨ ਇੱਕ ਗੁਰ ਸਿੱਖ ਕੋ ਨਿਵਾਏ ਕਾ, ਸਿੱਖ ਕੋ ਪਿਲਾਏ ਪਾਣੀ ਭਉ ਕਰ ਕੁਰ ਖੇਤ, ਅਸਮੇਧ ਜਗ ਫਲ ਸਿੱਖ ਕੋ ਜਿਵਾਏ ਕਾ। ਭਾਈ ਸਾਹਿਬ ਜੀ ਨੇ ਇਹ ਬਚਨ ਆਖੇ ਹੋਏ ਹਨ। ਇਹ ਬਚਨ ਪਤਾ ਕਿਉਂ ਕਹਿਣੇ ਪੈ ਗਏ ਹੋਣਗੇ ਸਤਸੰਗੀ ਜਨੋ? ਕਿਉਂਕਿ ਉਸ ਵਕਤ ਸਨਾਤਨ ਧਰਮ ਦਾ ਬੜਾ ਜ਼ੋਰ ਸੀ। ਉਦੋਂ ਕਿਹਾ ਜਾਂਦਾ ਸੀ ਆ ਯੱਗ ਕਰੋ ਇੰਨਾ ਫਲ ਮਿਲ ਜਾਏਗਾ, ਆ ਕਰੋ ਇੰਨਾ ਫਲ ਮਿਲ ਜਾਏਗਾ। ਪਰ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਕੁਛ ਨਹੀਂ ਕਰਨ ਦੀ ਲੋੜ, ਸੇਵਾ ਤੇ ਸਿਮਰਨ ਕਰੋ। ਤਾਂ ਸਿੱਖਾਂ ਨੇ ਕਿਹਾ ਹੋਏਗਾ ਸੱਚੇ ਪਾਤਸ਼ਾਹ ਸਾਨੂੰ ਕੀ ਫਲ ਮਿਲੇਗਾ? ਫਿਰ ਭਾਈ ਸਾਹਿਬ ਜੀ ਨੇ ਜੋ ਗੁਰੂ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ, ਆਪਣੇ ਕਵਿੱਤ ਦੇ ਵਿੱਚ ਉਹ ਬਚਨ ਅੰਕਿਤ ਕੀਤੇ ਜੋ ਮੇਰੇ ਗੁਰੂ ਸਾਹਿਬ ਸਿੰਘਾਸਨ ਦੇ ਉੱਪਰ ਸ਼ੋਭਤ ਹੋ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ। ਉਹੀ ਬਚਨ ਉਹਨਾਂ ਨੇ ਕਲਮਬੰਦ ਕੀਤੇ। ਉਹਨਾਂ ਨੇ ਆਪਣੇ ਬਚਨਾਂ 'ਚ ਕਿਹਾ, ਕਹਿੰਦੇ 5 ਬਾਰ ਗੰਗ ਜਾਏ, ਕਹਿੰਦੇ ਉਦੋਂ ਕਿਹਾ ਜਾਂਦਾ ਸੀ ਗੰਗਾ ਵਿੱਚ ਇਸ਼ਨਾਨ ਕਰੋ ਇੰਨਾ ਫਲ ਮਿਲੇਗਾ।
कोई कहता सी तीर्थ स्थान कुरुक्षेत्र ते जाओ इन्ना फल मिलेगा। भाई साहब जी कहते 5 बार गंग जाए बार पंच प्रागनाए तैसा पुन एक गुर सिख को नवाएगा। कहते जिहड़ा रब दा नाम जपदा है, जिहड़ा गुरु दे नाल जुड़िया होया है, गुरु दे नाम दा चिंतन करदा है, कहते जिहड़ा कहते ओदा एक बारी इशनान करा देगा ना, कहते जिन्ना 5 वारी गंगा विच इशनान करना, 5 वारी तरबैणी विच जाके इशनान करना, कहते जिन्ना फल ओनू मिलता है, कहते एक सिख का इशनान करा दिता जाए उन्ना ही फल मिल जाएगा। मैं आप जी नूं बेनती करा, कहते सच्चे पातशाह भाई फेरू तो सेवा दे विच तत्पर है। मेरे कलगीधर सच्चे पातशाह सिंघां नूं कहते इहदियां मुश्कां खोल दिओ। जदों मुश्कां खोलियां ना सत्संगी जनों, मेरे कलगीधर सच्चे पातशाह ने पता की किया सीगा, उत्थे 5 वर दिते मेरे कलगीधर सच्चे पातशाह ने। कहते जदों देखिया सेवा दे विच इह पूरा है कि इस करके फिर वर दिते मेरे कलगीधर सच्चे पातशाह। कहते भाई फेरू क्योंकि मुश्कां बन्नियां सन, दाड़ी बन्नी सी सत्संगिनों, कहते भाई फेरू तेरी सच्ची दाड़ी, भाई फेरू तेरी सेवा गाड़ी, भाई फेरू तेरी करनी सारी, भाई फेरू जग तुल्हा पारी, कहते भाई फेरू ते तो सतगुर बलिहारी। कहते मैं भी ते तो बलिहार जांदा हाँ। मेरे कलगीधर सच्चे पातशाह कहते भाई फेरो वापस अपने देश चले जावो। कहते 7वें पातशाह ने तो यह गल कही सी कि खीसा मेरा हथ तेरा। कहते भाई फेरो हुण खीसा भी तेरा ते हथ भी तेरा। भाई भाई फेरू जी ने चरण पकड़े, कहते नहीं सच्चे पातशाह खीसा भी थोड़ा ते हथ भी थोड़ा। फिर मैं आप जी नूं बेनती करा, कलगीधर सच्चे पातशाह ने उसनूं सरोपा दे के निवाजिया। इस करके सत्संगी जनों ये अस्थान जिहड़ा सेवा दा कुंभ जिथे रचिया है सत्संगी जनों, बड़ा सोहना उपराला, बड़ा सोहना अस्थान संत बाबा जोगा सिंह जी ने उपराला आप सब संगतां दा सहयोग, आप सब संगतां दा गुरु पातशाह दे चरनां च यही अरदास है कि सच्चे पातशाह ये जिहड़ी संप्रदाकार सेवा है, मैं बेनती करा सत्संगी जनों बड़ा औखा है। लोगों दी जिवें संत बीबी जसविंदर कौर जी कह रहे सन कि लोगों दी गल्लां सुननियां सब कुछ करना सत्संगी जनों, पर फिर भी अपने गुरु नूं मुख रख के सत्संगी जनों सेवा दे विच तत्पर रहना। गुरु दी रहमत गुरु दी बख्शिश होवे तां ही इहो जिहियां सेवावां गुरु आप रहमतां बख्शिशां करके करवांदा है सत्संगी जनों। सो इतनी हाज़री प्रवान करना। वैसे दास ने भी बेनती की सी परम पूज्य बाबा जी नूं, बाबा जी का हुक्म मेरा लगता कि मैं बेनती करा कि संगतां दा भी मन है। महापुरुष संत बाबा जोगा सिंह जी भी बेनती कर रहे हैं कि बाबा जी भावें थोड़े समय के वास्ते अपने प्रवचनों द्वारा सब संगतां नूं निहाल करन, गुरु पातशाह दियां महापुरुषों दियां खुशियां हासिल करन। दास नूं होईयां भुल्लां दी माफ़ी दो। मैं बेनती करा हुण थोड़ा जिहा बैठ जावो। जेकर हुण महापुरुषों ने बेनती की है, बाबा जी मैं भी बेनती कर रहा हाँ, बाकी उन्होंने जिमें मौज 2-4 मिनट 10 मिनट होर बैठ जावो। बाबा जी ने जो बचन करने हैं, क्योंकि जोड़े महापुरुष होंदे हैं सत्संगी जनों उन्होंने कमाई होंदी है। तो गुरु साहब कहते जे को बचन कमावे संतन का, कहते सो गुर प्रसादी तरिए, क्योंकि उन्होंने गुरु के बचन ही दृढ़ करवाने होंदे हैं। पर अंतर इन्ना क रह जांदा साडे वर्गे प्रचारकां च ते महापुरुषां च कि साडे वर्गे जिहड़े हन वो ज्ञानी लोग हुंदे हन, जो पढ़िया सुनिया सुना दिंदे हन। महापुरुष पहलां अपने ते कटा के फिर उपदेश दिंदे हन, तां ही उन्हां दे बचनां दा असर हुंदा है। सो सत्संगी नूं दास नूं होईयां भुल्लां दी माफ़ी दिओ। गज वज के फतेह बुलाओ। वाहिगुरू जी का खालसा, वाहिगुरू जी की फतेह।